ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਨ ਕੇ ਨਾਸ਼ਕ ਬਿਘਨ ਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਾਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ਼ਰਧਾ ਅਚਲ ਦੇਖ ਸ਼੍ਰੀ ਅਰਜਨ ਸੰਸੇ ਮਿਟੇ ਭਇਓ ਅਬ ਸੁਧ ਮਨ।
ताब जल को मंगवाए सो लीन, पाद अरविंद पखारन कीन। श्रद्धा अचल देख श्री अर्जन, संशय मिटे पयो अब शुद्ध मान। तब जल को मंगवाए सो लीन, पाद अरविंद पखारन कीना। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਔਰ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ दास पातशाहियों जी के पावन पवित्र स्वरूप धन धन साहिब आदि श्री गुरु ग्रंथ साहिब जी महाराज सच्चे सतगुरां दे संध्या समय दे सज रहे दीवान अंदर सतगुरां दे खुले दर्शन दीदार करने दा सुभाग प्राप्त हो रहा है। जिनके भाग बड़े हैं भाई तिन साधु संग मुख जुरे। गुरु गरीब नवाज सतगुरां दी पावन पवित्र चरण शरण सतसंग दियां कड़ियां दा आनंद आपां निता प्रति माणदे हां। पावन गुरु दरबारां अंदर चल रही गुर इतिहास दी लड़ीवार अमृत रूप गाथा श्री गुरु प्रताप सूरज ग्रंथ कृत कविराज कवि भाई संतोख सिंह तिन्हां द्वारा जो महान ये कारज पावन पवित्र ग्रंथ की रचना की गई है, जिस दे अंदर 10 पातशाहियों का पावन पवित्र इतिहास गुरु गरीब नवाज सच्चे पातशाह महाराज जियां दे जीवन कौतक और सतगुरां दी बेअंत 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 महिमा वडियाई काव रचना द्वारा छंदाबंदी अंदर अंकित की गई है। जथा प्रसंग धन साहिब श्री गुरु अर्जन देव जी महाराज दे पावन पवित्र जीवन विचों कल दे दीवान विच आपां श्रवण कीता। दूसरी रास अंदर जो 33 अंशु दी कथा प्रसंग चल रहे हैं कि भाई साहब भाई कल्याणा जी जो धन साहिब श्री गुरु अर्जन देव सतगुरां दे चरणां ते अथाह शरधा रखण वाले गुरसिख हन। इन्हां दा प्रेरिया होया मंडी रियासत दा राजा अमृतसर साहिब सतगुरां दे दर्शन करन वास्ते पुज्जा। जदों दर्शन करन वास्ते गरीब नवाज दे चरनी शीश नवाया, उठ के संगत विच बैठा। सतगुरां ने वो कौतक आप ही वरताया, क्योंकि महाराज ने इस राजे तो बहुत वड्डी सेवा सतगुरां ने गुरु घर दी लैनी है। महाराज ने मुखों वचन उचारे है कि लेख ना मिटाई हे सखी जो लिखिया करतार। सुन के राजे ने शंका की भी जे करतार प्रभु परमेश्वर दे वल्लों लिखिया हुआ लेख मिटना ही नहीं, फिर मैनू सिख बनने का लाभ की, गुरु दे दर्शन करन दा फल की होया। संगत विच खड़ा हो के महाराज दे चरनी बेनती कीती सी भी सच्चे पातशाह जी तुहाडे द्वारा उचारी गई बाणी दे आशे तो मैं भली प्रकार जाणू होया हाँ, पर मन च हुण शंका ये है कि जिवें तुसीं कहिंदे हो करतार प्रभु वल्लों लिखिया लेख मिटदा नहीं, जे लेख मिटना नहीं महाराज फिर सिख होण दा
ਤੇ ਮੈਂ ਮੰਡੀ ਤੋਂ ਚੱਲ ਕੇ ਅੰਮ੍ਰਿਤਸਰ ਤੁਹਾਡੇ ਦਰਸ਼ਨ ਕਰਨ ਆਇਆ। ਇਹਨਾਂ ਦਰਸ਼ਨਾਂ ਦਾ ਫਲ ਕੀ ਹੋਇਆ ਫਿਰ? ਤੋ ਕਿਰਪਾ ਕਰਕੇ ਮਹਾਰਾਜ ਮੇਰਾ ਸੰਕਾ ਸੰਸਾ ਨਿਵਰਤ ਕਰੋ। ਚੋਜੀ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਨੇ ਸਮਝਾਉਣਾ ਕੀਤਾ ਕਿ ਰਾਜਨ, ਗੁਰੂ ਸਮਰੱਥ ਹੁੰਦਾ ਹੈ, ਪ੍ਰਭੂ ਪਰਮੇਸ਼ਰ ਦੀ ਲਿਖੀ ਨੂੰ ਮੀਟਦਾ ਨਹੀਂ, ਕਿਉਂਕਿ ਗੁਰੂ ਪਰਮੇਸ਼ਰ ਦਾ ਸ਼ਰੀਕ ਨਹੀਂ ਹੈ। ਚਾਹੇ ਗੁਰੂ ਪਰਮੇਸ਼ਰ ਸਰੂਪ ਹੈ, ਪਰਮੇਸ਼ਰ ਦਾ ਸ਼ਰੀਕ ਨਹੀਂ ਹੈ। ਪਰ ਗੱਲ ਇਸ ਤਰ੍ਹਾਂ ਹੈ ਕਿ ਗੁਰੂ ਲਿਖੀ ਹੋਈ ਨੂੰ ਬਦਲ ਦਿੰਦਾ ਹੈ, ਦੁੱਖ ਨੂੰ ਸੁੱਖ ਵਿੱਚ ਪੁਗਾ ਦਿੰਦਾ ਹੈ, ਕਰਮ ਭੋਗ ਵੀ ਲਈਦਾ, ਲਿਖਿਆ ਵੀ ਪੂਰਾ ਹੋ ਜਾਂਦਾ ਹੈ ਤੇ ਲਾਜਪਤ ਵੀ ਰਹਿ ਜਾਂਦੀ ਹੈ। ਕਹਿੰਦਾ ਮਹਾਰਾਜ ਇਹ ਦੋ ਕੰਮ ਹੋ ਨਹੀਂ ਸਕਦੇ। ਮਹਾਰਾਜ ਕਹਿੰਦੇ 3 ਕੁ ਦਿਨ ਇੱਥੇ ਰਹਿ ਲਓ, ਸੰਸਾ ਤੁਹਾਡਾ ਜ਼ਰੂਰ ਨਿਵਰਤ ਕਰਾਂਗੇ ਅਸੀਂ। ਹੁਕਮ ਮੰਨ ਕੇ ਕੁਝ ਦਿਨ ਇੱਥੇ ਰੁਕਿਆ। ਰਾਤ ਜਦੋਂ ਬਰਾਜਿਆ ਫਿਰ ਤਰ੍ਹਾਂ ਤਰ੍ਹਾਂ ਦੇ ਭਿਆਨਕ ਸੁਪਨੇ ਲੈਂਦਾ ਵੀ ਮੈਂ ਬੁੱਢਾ ਹੋ ਗਿਆ, ਰਾਜ ਕਰਦਾ ਕਰਦਾ ਬੇਅੰਤ ਰਾਜ ਭਾਗ ਮੇਰਾ ਵਧਿਆ। ਔਰ ਇਸ ਤਰ੍ਹਾਂ ਫਿਰ ਰਾਜ ਭਾਗ ਭੋਗਦਾ ਹੋਇਆ ਚੜ੍ਹਾਈ ਕਰ ਗਿਆ। ਦੂਜਾ ਜਨਮ ਚੰਡਾਲਾਂ ਦੇ ਘਰੇ ਜਾ ਧਾਰਿਆ। ਜੰਮਿਆ ਵੱਡਾ ਹੋਇਆ, ਉਹਨਾਂ ਵਿਆਹ ਕੀਤਾ, ਉੱਥੇ ਵੀ ਬਾਲ ਬੱਚੇ ਹੋਏ ਹੈ, ਪੁੱਤਰ ਹੈ, ਧੀਆਂ ਹਨ, ਅੱਗੇ ਪੋਤਰੇ ਹੋ ਗਏ, ਦੋਤੇ ਦੋਤੀਆਂ ਹੋਏ ਤੇ ਉੱਥੇ ਚੜ੍ਹਾਈ ਕਰ ਗਿਆ। ਫਿਰ ਚੁੱਕਿਆ ਉਹਨਾਂ ਕਬਰ ਵਿੱਚ ਗੱਡ ਦਿੱਤਾ। ਅਗਲੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਹੁਣ ਇਹਦਾ ਸੰਕਾ ਨਿਵਰਤ ਕਰਨ ਵਾਸਤੇ ਸਿੱਖ ਭੇਜਿਆ ਵੀ ਚੱਲ ਰਾਜੇ ਸ਼ਿਕਾਰ ਨੂੰ ਚੜ੍ਹਨਾ ਹੈ, ਤੇਰਾ ਸੁਭਾਅ ਹੁੰਦਾ ਰਾਜਿਆਂ ਦਾ ਜਿਵੇਂ, ਤੇ ਅਸੀਂ ਵੀ ਚਲੋ ਕੁਝ ਵੇਖ ਆਵਾਂਗੇ, ਬਾਹਰ ਸੈਰ ਆਦਿਕ ਕਰ ਆਵਾਂਗੇ। ਮਹਾਰਾਜ ਨਾਲ ਲੈ ਗਏ। ਉਹ ਹਰਨ ਦਾ ਸ਼ਿਕਾਰ ਕਰਨ ਵਾਸਤੇ ਰਾਜਾ ਅੱਗੇ ਵਧਿਆ। ਹਰਨ ਦੌੜਦਾ ਦੌੜਦਾ ਅੰਮ੍ਰਿਤਸਰ ਸਾਹਿਬ ਤੋਂ ਉਹਨੂੰ 10 ਕੋਹ ਦੂਰ ਲੈ ਗਿਆ। ਉੱਥੇ ਉਹ ਹਰਨ ਮਾਰ ਵੀ ਲਿਆ। ਫਿਰ ਪਿਆਸ ਲੱਗੀ, ਉੱਥੇ ਘੋੜਾ ਕਿਸੇ ਰੁੱਖ ਨਾਲ ਬੰਨ੍ਹ ਕਰਕੇ ਜਲ ਉੱਥੋਂ ਟੋਭੇ ਤੋਂ ਛਕਿਆ। ਲਾਗੇ ਹੀ ਨਗਰ ਦੀਦਾ ਪਿਆ ਤੇ ਉਹ ਕੋਈ ਮਨੁੱਖ ਆ ਕੇ ਇਹਦੇ ਵੱਲ ਵੇਖਦਾ। ਉਹ ਕੌਣ ਹੈ? ਉਹ ਹੈ ਜਿਹੜਾ ਇਹਦਾ ਸੁਪਨੇ ਵਿੱਚ ਪੁੱਤਰ ਸੀਗਾ। ਤੇ ਉਹਨੇ ਘਰੇ ਜਾ ਕੇ ਦੱਸਿਆ ਵੀ ਰੋਵੋ ਨਾ, ਕਿਉਂਕਿ ਰਾਤ ਹੀ ਉਹ ਚੜ੍ਹਾਈ ਕੀਤਾ ਸੀ ਬਾਪ ਇਹਨਾਂ ਦਾ। ਵੀ ਪਿਤਾ ਤਾਂ ਉਹ ਬਾਹਰ ਨਗਰ ਦੇ ਆਇਆ ਫਿਰਦਾ, ਉਹ ਤਾਂ ਪੁਸ਼ਾਕ ਪਾਈ ਸੋਹਣੀ, ਹਾਰ ਮੋਤੀਆਂ ਦੇ ਗਲ ਵਿੱਚ ਪਾਏ ਆ, ਉਹ ਸ਼ਾਸਤਰ ਲਈ ਫਿਰਦਾ, ਘੋੜਾ ਉਹਦੇ ਕੋਲ ਹੈ। ਉਹ ਸੁਣ ਕੇ ਉਹਦੀ ਘਰ ਵਾਲੀ ਵੀ ਤੇ ਪਿੰਡ ਸਾਰਾ ਹੀ ਪਹੁੰਚਿਆ ਵੇਖਣ ਵਾਸਤੇ ਵੀ ਇਹ ਕੀ ਕੌਤਕ ਹੈ। ਜਾ ਕਰਕੇ ਉਹ ਸਿਆਣ ਕੱਢੀ ਵੀ ਇਹ ਤਾਂ ਉਹੀ ਹੈ। ਪਰਿਵਾਰ ਨੇ ਫਿਰ ਵਾਸਤੇ ਪਾਏ ਵੀ ਤੂੰ ਛੱਡ ਕੇ ਕਿੱਧਰ ਚਲਾ ਗਿਆ, ਸੂਰ ਤੇਰੇ ਭੁੱਖੇ ਮਰਦੇ ਹੈ। ਚਾਰਦਾ ਹੁੰਦਾ ਸੀ, ਕਿਉਂਕਿ ਕੂੜਾ ਰੋਵੈ ਕੂੜੀ ਕੰਮੀ, ਸੰਸਾਰ ਕੰਮਾਂ ਨੂੰ ਜੂ ਰੋਂਦਾ। ਤੇ ਇਸ ਤਰ੍ਹਾਂ ਇਹ ਹੁਣ ਵੇਖਦਾ ਤੇ ਮੋਹ ਵੀ ਆਉਂਦਾ ਵੀ ਇਹ ਤਾਂ ਉਹੀ ਹੈ ਜਿਹੜਾ ਸਾਰਾ ਪਰਿਵਾਰ ਮੇਰਾ ਰਾਤ ਸੁਪਨੇ ਵਿੱਚ ਦਿਸਦਾ ਰਿਹਾ। ਤੇ ਜਦੋਂ ਜਾਗਰਤ ਅਵਸਥਾ ਵਾਲੇ ਪਾਸੇ ਸੁਰਤ ਲਿਜਾਂਦਾ, ਉਦੋਂ ਵੇਖਦਾ ਵੀ ਨਹੀਂ ਮੈਂ ਰਾਜਾ ਮੰਡੀ ਵਾਲਾ ਹਾਂ। ਪਰ ਹੈਰਾਨ ਹੁੰਦਾ ਵੀ ਕੀ ਬਣਿਆ, ਸੁਪਨੇ ਦਾ ਵੇਖਿਆ ਹੋਇਆ ਸਾਰਾ ਕੁਝ ਮੇਰੇ ਸਾਹਮਣੇ ਦਿਸ ਰਿਹਾ। ਉਹਨਾਂ ਰੌਲਾ ਪਾਉਂਦੇ ਰਾਜੇ ਨੂੰ ਪਿੰਡ ਵਾਲਿਆਂ ਬੰਨ੍ਹ ਲਿਆ ਵੀ ਜੇ ਜਾਏਗਾ ਤੇ ਫਿਰ ਪਰਿਵਾਰ ਵੀ ਨਾਲ ਹੀ ਤੋਰਾਂਗੇ, ਹੋਏਗਾ ਤੂੰ ਮੰਡੀ ਦਾ ਰਾਜਾ, ਪਰ ਅਸੀਂ ਕਹਿੰਦੇ ਹਾਂ ਤੂੰ ਸਾਡੇ ਹੀ ਪਰਿਵਾਰ ਵਿੱਚੋਂ ਹੈ। ਮਰਨ ਦਾ ਛਲ ਜਿਹਾ ਦੇ ਕੇ ਆਪ ਘੋੜੇ ਤੇ ਚੜ੍ਹਿਆ ਫਿਰਦਾ ਤੇ ਇੱਥੇ ਰਾਜਾ ਬਣਿਆ, ਫਿਰ ਨੂੰ ਸੂਰ ਕੌਣ ਚਾਰੇਗਾ। ਬੜਾ ਦੁਖੀ ਹੋਇਆ। ਉਹਨੇ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਹੁੰਚੇ। ਮਹਾਰਾਜ ਨੇ ਫਿਰ ਸਾਰਿਆਂ ਦਾ ਉਹ ਸਤਿਗੁਰੂ ਚਾਹੇ ਜਾਨੀ ਜਾਣ ਹੀ ਸਨ ਮਹਾਰਾਜ, ਤਾਂ
ਸਾਰਾ ਉਹ ਰੌਲਾ ਸੁਣ ਕੇ ਮਹਾਰਾਜ ਨੇ ਫਿਰ ਉਹਨਾਂ ਨੂੰ ਦੱਸਿਆ ਵਿਧੀ ਨਾਲ ਵੀ ਚਲੋ ਜੇ ਤੁਹਾਡਾ ਬਜ਼ੁਰਗ ਚੜ੍ਹਾਈ ਕਰ ਗਿਆ, ਤੁਸੀਂ ਕਹਿੰਦੇ ਹੋ ਇਹ ਹੀ ਹੈ, ਤੇ ਕਬਰ ਪੁੱਟ ਕੇ ਵੇਖ ਲਓ ਵੀ ਜੇ ਤੁਹਾਡਾ ਬਜ਼ੁਰਗੇ ਹੈ ਤੇ ਫਿਰ ਤਾਂ ਚਲੋ ਕਬਰ ਵਿੱਚ ਨਹੀਂ ਹੋਊਗਾ ਕੋਈ ਨਿਕਲ ਕੇ, ਤੁਸੀਂ ਕਹਿੰਦੇ ਧੋਖਾ ਕੀਤਾ ਇਹਨੇ ਸਾਡੇ ਨਾਲ। ਉਹ ਜਦੋਂ ਕਬਰ ਪੁੱਟੀ ਵਿੱਚੋਂ ਉਹ ਬਜ਼ੁਰਗ ਨਿਕਲਿਆ ਤੇ ਸ਼ਕਲ ਉਹਦੀ ਰਾਜੇ ਵਰਗੀ, ਕੱਦ ਕਾਠ ਇੰਨ ਮਿੰਨ, ਬਿਲਕੁਲ ਚਿਹਰਾ ਮੋਹਰਾ ਰਾਜੇ ਵਰਗਾ। ਉਹ ਪਿੰਡ ਵੀ ਹੈਰਾਨ ਹੋਇਆ, ਰਾਜੇ ਦੀ ਹੈਰਾਨੀ ਦੀ ਹੱਦ ਨਾ ਰਹੀ। ਤੇ ਮਹਾਰਾਜ ਇਹਨੂੰ ਛੁਡਾ ਕੇ ਲੈ ਗਏ। ਫਿਰ ਸਤਿਗੁਰਾਂ ਨੂੰ ਅੰਮ੍ਰਿਤਸਰ ਸਾਹਿਬ ਜਾ ਕੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੀ, ਇਹ ਸਮਝ ਨਹੀਂ ਪੈਂਦੀ, ਮੇਰੇ ਸੋਚ ਸਮਝ ਤੋਂ ਬਾਹਰ ਹੈ ਵੀ ਉਹ ਵੀ ਝੂਠ ਨਹੀਂ ਸੀ ਜਿਹੜਾ ਉੱਥੇ ਅੱਜ ਕੌਤਕ ਵਰਤਿਆ। ਉਹ ਪਰਿਵਾਰ ਉਹੀ ਹੈ ਜਿਹੜਾ ਮੈਨੂੰ ਸੁਪਨੇ ਵਿੱਚ ਸਾਰੀ ਰਾਤ ਦਿਸਦਾ ਰਿਹਾ। ਸਾਰਾ ਵਰਤਾਂਤ ਸੁਪਨੇ ਦਾ ਦੱਸਿਆ, ਮਹਾਰਾਜ ਨੂੰ ਬੇਨਤੀ ਕੀਤੀ ਆਪ ਕਿਰਪਾ ਕਰੋ। ਮਹਾਰਾਜ ਕਹਿੰਦੇ ਰਾਜੇ ਨੇ ਤਾਂ ਤੇਰਾ ਸ਼ੰਕਾ ਹੁਣ ਤਾਂ ਨਿਵਰਤ ਹੋ ਹੀ ਗਿਆ ਹੋਣਾ ਵੀ ਗੁਰੂ ਸਮਰੱਥ ਹੁੰਦਾ। ਤੂੰ ਕਹਿੰਦਾ ਸੀ ਦਰਸ਼ਨਾਂ ਦਾ ਫਲ ਕੀ ਹੈ, ਵੀ ਅਸੀਂ ਪਰਮੇਸ਼ਰ ਦੀ ਲਿਖੀ ਮੇਟੀ ਨਹੀਂ ਪਰ ਵੇਖ ਲਾ ਛੱਡੀ ਵੀ ਨਹੀਂ, ਵੀ ਉਹ ਬਦਲ ਦਿੱਤੀ ਹੈ। ਕਰਮ ਤੇਰਾ ਕੋਈ ਐਸਾ ਸੀਗਾ ਪਿਛਲੇ ਜਾਂ ਇਸ ਜਨਮ ਦਾ ਵੀ ਤੂੰ ਚੰਡਾਲਾਂ ਦੇ ਘਰੇ ਜਨਮਣਾ ਸੀ। 80 90 100 ਵਰੇ ਉਮਰ ਭੋਗਣੀ ਸੀ, ਉੱਥੇ ਗਰੀਬੀ ਕੱਟਣੀ ਸੀ। ਸਾਡੇ ਦਰਸ਼ਨ ਕਰਨ ਤੂੰ ਆਇਆ, ਗੁਰੂ ਨਾਨਕ ਪਾਤਸ਼ਾਹ ਦੇ ਦਰ ਕਰ ਸਿਰ ਝੁਕਾਏ ਦਾ ਫਲ ਹੈ ਵੀ ਉਹ ਸੁਪਨੇ ਵਿੱਚ ਹੀ ਅਸੀਂ ਕਟਵਾ ਦਿੱਤੀ। ਸੁਣ ਕੇ ਮਹਾਰਾਜ ਦੇ ਚਰਨ ਪਕੜੇ ਤੋ ਉਹ ਵਿਖਾਇਆ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਕਿ ਲੇਖ ਚਾਹੇ ਨਾ ਮਿਟਿਓ, ਪੁੱਜੇ ਦਾਣਿਆਂ ਦੇ ਸਦਰਸ ਬਸ ਨਾਮ ਮਾਤਰ ਹੀ ਰਹਿ ਜਾਂਦੇ ਹੈ। ਉਹ ਜਿਵੇਂ ਉਹ ਭਾਈ ਸ਼ਮੀਰ ਦਾ ਪ੍ਰਸੰਗ ਵੀ 10ਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਆਉਂਦਾ। ਇਹਨੇ ਅੰਮ੍ਰਿਤ ਛਕਿਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੋਂ, ਦੀਨੇ ਕਾਂਗੜ, ਤੇ ਉੱਥੇ ਫਿਰ ਮਹਾਰਾਜ ਦੇ ਪਾਸ ਇਸ ਤਰ੍ਹਾਂ ਹੀ ਬਚਨ ਹੋਏ ਤੇ ਸ਼ੰਕਾ ਕੀਤਾ ਸੀ ਵੀ ਮਹਾਰਾਜ ਵੀ ਲੇਖ ਮਿਟਦਾ ਨਹੀਂ, ਜਾਂ ਇਹਨੇ ਸ਼ੰਕਾ, ਕਿਉਂਕਿ ਇਹ ਵੀ ਚੁਸਤ ਚਲਾਕ ਸੀ, ਕਹਿੰਦਾ ਮਹਾਰਾਜ ਵੀ ਜਿਹੜੇ ਲੇਖ ਹੁੰਦੇ ਉਹ ਭੋਗਣੇ ਪੈਂਦੇ ਆ, ਤੇ ਹੁਣ ਮੈਨੂੰ ਇਹ ਦੱਸੋ ਵੀ ਜੇ ਲੇਖ ਗੁਰੂ ਮੇਟ ਦੇਵੇ ਤੇ ਫਿਰ ਗੁਰੂ ਪਰਮੇਸ਼ਰ ਦਾ ਸ਼ਰੀਕ ਬਣਦਾ, ਤੇ ਜੇ ਗੁਰੂ ਲੇਖ ਨਹੀਂ ਮੇਟਦਾ ਤੇ ਫਿਰ ਤੁਹਾਨੂੰ ਮੱਥਾ ਟੇਕਣ ਦਾ ਫਲ ਕੋਈ ਨਹੀਂ। ਕਿਉਂਕਿ ਜਦੋਂ ਮਹਾਰਾਜ ਇੱਥੇ ਠਹਿਰੇ ਸੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ, ਇੱਥੋਂ ਦੇ ਲੋਕਾਂ ਨੂੰ ਪਤਾ ਲੱਗਿਆ 10ਵੇਂ ਪਾਤਸ਼ਾਹ ਵਾਸਤੇ ਬੇਅੰਤ ਭੇਟਾਵਾਂ, ਬਹੁਤ ਮਾਇਆ ਦੇ ਢੇਰ ਲੱਗ ਗਏ, ਤੇ ਇਹ ਕੋਲ ਖੜਾ ਸ਼ੰਕਾ ਕਰਦਾ ਸੀ ਵੀ ਐਵੇਂ ਹੀ ਮੱਥੇ ਟੇਕੀ ਜਾਂਦੇ ਆ, ਵੀ ਮਹਾਰਾਜ ਦਿੰਦੇ ਤਾਂ ਹੈ ਕੁਝ ਨਹੀਂ ਇਹਨਾਂ ਨੂੰ, ਤੁਰੇ ਆਉਂਦੇ ਆ ਭੇਟਾਵਾਂ ਰੱਖੀ ਜਾਂਦੇ, ਮੱਥੇ ਟੇਕੀ ਜਾਂਦੇ ਆ। ਤੇ ਮਹਾਰਾਜ ਨੂੰ ਫਿਰ ਚਲਾਕੀ ਨਾਲੇ ਸਵਾਲ ਜਾ ਕੀਤਾ ਸੀ ਕਿ ਵੀ ਜੇ ਤਾਂ ਤੁਸੀਂ ਪਰਮੇਸ਼ਰ ਦੀ ਲਿਖੀ ਮੇਟੋ ਫਿਰ ਤੁਸੀਂ ਪਰਮੇਸ਼ਰ ਦੇ ਸ਼ਰੀਕ ਬਣਦੇ ਹੋ, ਤੇ ਜੇ ਨਹੀਂ ਮੇਟਦੇ ਫਿਰ ਤੁਹਾਡੇ ਦਰਸ਼ਨ ਮੱਥੇ ਟੇਕਣ ਦਾ ਫਲ ਹੀ ਕੋਈ ਨਹੀਂ। ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਮੋਹਰ ਵਿਖਾ ਕੇ ਫਿਰ ਇਹਦਾ ਸੰਸਾ ਦੂਰ ਕੀਤਾ, ਪਰ ਨਾ ਗਿਆ ਸੰਸਾ। ਫਿਰ ਜਦੋਂ ਰਾਤ ਸੁੱਤਾ ਉਹ ਇਸੇ ਤਰ੍ਹਾਂ ਹੀ ਉਹ ਕੌਤਕ ਜਿਵੇਂ ਵਰਤਿਆ, ਮਰ ਕੇ ਚੰਡਾਲਾਂ ਘਰੇ ਜੰਮਿਆ, ਉਸ ਤੋਂ ਪਹਿਲਾਂ ਕਦੇ ਡੱਡੂ ਮੱਛਰ ਮੱਖੀ ਆਦਿ ਨਖਿੱਧ ਜੂਨਾ ਸਾਰੀ ਰਾਤ ਜੰਮੇ ਮਰ ਜਾਵੇ, ਜੰਮੇ ਮਰ ਜਾਵੇ, ਤੇ ਅਖੀਰ ਫਿਰ ਉਹ ਚੰਡਾਲਾਂ ਦੇ ਘਰੇ ਜੰਮਿਆ। ਤੇ ਨਿਆਣੇ ਬਹੁਤ ਹੋ ਗਏ, ਉੱਧਰੋਂ ਕਾਲ ਪੈ ਗਿਆ, ਬਾਲ ਬੱਚਾ ਪਾਲਣ ਵਾਸਤੇ ਫਿਰ ਇਹ ਸ਼ੰਭਾਂ ਵਿੱਚ ਉਜਾੜਾਂ ਵਿੱਚ ਤੁਰਿਆ ਫਿਰੇ ਸੁਪਨੇ ਵਿੱਚ ਸ਼ਮੀਰ, ਤੇ ਇੱਕ ਉਹ ਪੀਲੂ ਜੇ ਖਾਣ ਵਾਸਤੇ ਉਹ ਦਰਖਤ 'ਤੇ ਚੜ੍ਹਿਆ। ਉੱਥੇ ਚੜ੍ਹ ਕੇ ਉਹ ਪੀਲੂ ਖਾਂਦਾ, ਨਾਲੇ ਥੱਲੇ ਨਿਆਣਿਆਂ ਨੂੰ ਸੁੱਟਦਾ, ਉਹ ਵੀ ਖਾਈ ਜਾਂਦੇ ਆ। ਉਹ ਖਾ ਕੇ ਫਿਰ ਜਦੋਂ ਉਹ ਮੁੱਕ ਗਏ ਉਹ ਬੱਚੇ ਹੋਰ ਮੰਗਦੇ ਆ, ਹੋਰ ਉੱਚੀ ਟਾਹਣੀ 'ਤੇ ਚੜ੍ਹਿਆ, ਉਹ ਕਮਜ਼ੋਰ ਟਾਹਣਾ ਟੁੱਟ ਗਿਆ, ਉਹ ਇਹ ਹੇਠਾਂ ਡਿੱਗਿਆ, ਉਹਨੇ ਨੂੰ ਇਹਦੀ ਅੱਖ ਖੁੱਲ੍ਹ ਗਈ।
ਤੇ ਉੱਠ ਕੇ ਫਿਰ ਜਦੋਂ ਕੋਈ ਮਲ ਮੂਤ ਦੀ ਕਿਰਿਆ ਕਰਨ ਵਾਸਤੇ ਜੰਗਲ ਮੈਦਾਨ ਗਿਆ, ਉੱਥੇ ਜਾ ਕੇ ਜਦੋਂ ਫਿਰ ਮਲ ਦੀ ਕਿਰਿਆ ਕੀਤੀ, ਵਿਸ਼ਟਾ ਦੇ ਵਿੱਚੋਂ ਵੀ ਫਿਰ ਪੀਲੂ ਦੇ ਬੀਜ ਨਿਕਲਣ। ਜਦੋਂ ਦਾਤਨ ਕੁਰਲਾ ਕੀਤਾ ਤੇ ਮੂੰਹ ਵਿੱਚੋਂ ਵੀ ਛਿਲੜਾਂ ਪੀਲੂ ਦੀਆਂ। ਆ ਕੇ ਸਤਿਗੁਰਾਂ ਦੇ ਚਰਨੀ ਡਿੱਗਾ, ਫਿਰ ਪੁੱਛਿਆ ਮਹਾਰਾਜ ਨੂੰ ਵੀ ਮਹਾਰਾਜ ਇਹ ਕੀ ਹੈ? ਵੀ ਮੈਂ ਵੇਖਿਆ ਤਾਂ ਸੁਪਨਾ ਹੀ ਹੈ, ਪਰ ਮਹਾਰਾਜ ਜੇ ਮੈਂ ਵਿਸ਼ਟਾ ਕਿਰਿਆ ਕੀਤੀ ਉਹਦੇ ਵਿੱਚ ਵੀ ਪੀਲੂ, ਦਾਤਨ ਕੁਰਲਾ ਕੀਤਾ ਮੂੰਹ ਵਿੱਚ ਫੇਰ ਪੀਲੂ ਨਿਕਲਦੇ ਆ, ਪਰ ਇਹ ਤਾਂ ਸੁਪਨੇ ਵਿੱਚ ਛਕੇ ਆ ਮਹਾਰਾਜ, ਮੈਂ ਸੱਚਮੁੱਚ ਥੋੜ੍ਹੀ ਛਕੇ ਆ। ਉਹ ਫਿਰ ਉਵੇਂ ਮਹਾਰਾਜ ਨੇ ਜਿਵੇਂ ਇੱਥੇ ਰਲਦਾ ਹੀ ਪ੍ਰਸੰਗ ਆ, ਉਹ ਮਹਾਰਾਜ ਕਹਿੰਦੇ ਆਏ ਆ ਫਿਰ ਵੀ ਪ੍ਰਸੰਗ ਉਹ ਜਿਹੜਾ ਹੈ ਲੇਖ ਉਹ ਮੇਟਿਆ ਵੀ ਨਹੀਂ, ਪਰ ਬਦਲ ਦਿੱਤਾ, ਉਹ ਸਾਰੇ ਜਨਮ ਤੇਰੇ ਕੱਟੇ ਗਏ ਆ। ਤੂੰ ਕਹਿੰਦਾ ਸੀ ਅੰਮ੍ਰਿਤ ਛਕਣ ਦਾ ਫਲ ਕੀ ਹੈ? ਫਿਰ ਇਹਨੇ ਜਾ ਕੇ ਪ੍ਰਚਾਰ ਕੀਤਾ ਬੜਾ, ਉੱਥੇ ਪ੍ਰੇਰੇ ਸਾਹਿਬ ਨੂੰ, ਤੇ 14,000 ਨੇ ਫਿਰ ਉੱਥੇ ਅੰਮ੍ਰਿਤ ਛਕਿਆ ਸੀ ਗੁਰੂ ਕਲਗੀਧਰ ਮਹਾਰਾਜ ਪਾਸੋਂ। ਤੋ ਇਸ ਤਰ੍ਹਾਂ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਰਾਜੇ ਨੂੰ ਆਨੰਦ ਬਖਸ਼ਿਸ਼ ਕੀਤਾ, ਇਹਦਾ ਸੰਸਾ ਦੂਰ ਕੀਤਾ ਹੈ। ਰਾਜਾ ਸਤਿਗੁਰਾਂ ਦੇ ਚਰਨੀ ਫਿਰ ਥੋੜ੍ਹਾ ਹੀ ਪ੍ਰਸੰਗ ਬਾਕੀ ਰਹਿੰਦਾ ਸੀ। ਬੇਨਤੀ ਕਰਦਾ ਮਹਾਰਾਜ ਮੈਨੂੰ ਆਪਦਾ ਨਰੋੜ ਪੂਰਨ ਸਿੱਖ ਬਣਾ ਲਓ, ਚਰਨ ਪੌਲ ਬਖਸ਼ੋ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਇਹਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ। ਭਾਈ ਕਲਿਆਣਾ ਜੀ ਨੂੰ ਲੈ ਕੇ ਆਪਦੇ ਨਾਲ ਗਿਆ, ਉੱਥੋਂ ਬਹੁਤ ਮਾਇਆ 1 ਲੱਖ ਰੁਪਈਆ ਮਹਾਰਾਜ ਦੇ ਦਰ ਘਰ ਵਾਸਤੇ, ਸਰੋਵਰਾਂ ਦੀ ਸੇਵਾ ਵਾਸਤੇ ਭੇਂਟ ਕੀਤਾ। ਫਿਰ ਸਰੋਵਰ ਸੰਤੋਖਸਰ ਸਾਹਿਬ ਦੀ ਜਿਵੇਂ ਖੁਦਾਈ ਹੋਈ, ਉਹ ਪ੍ਰਸੰਗ ਅੱਗੇ ਆ ਰਿਹਾ। ਜਥਾ ਆਉਂਦਾ ਆਪਾਂ ਚਿੱਤ ਬਿਰਤੀ ਇਕਾਗਰ ਕਰਕੇ ਸ਼ਰਵਣ ਕਰੀਏ। ਗੁਰੂ ਗਰੀਬ ਨਿਵਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਓ, ਰਸਨਾ ਕਰੋ ਜੀ ਪਵਿੱਤਰ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਰਧਾ ਅਚਲ ਦੇਖ ਸ਼੍ਰੀ ਅਰਜਨ। ਜਦੋਂ ਇਹ ਰਾਜੇ ਨੇ ਮਹਾਰਾਜ ਦੇ ਚਰਨ ਫੜੇ, ਮਹਾਰਾਜ ਮੈਨੂੰ ਸਿੱਖੀ ਬਖਸ਼ੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਰਾਜੇ ਦੀ ਅਡੋਲ ਸ਼ਰਧਾ ਵੇਖੀ ਜਦੋਂ, ਸੰਸੇ ਮਿਟੇ ਭਇਓ ਅਬ ਸੁਧ ਮਨ। ਤੇ ਮਹਾਰਾਜ ਜਾਣ ਗਏ ਵੀ ਮਨ ਦੇ ਇਹਦੇ ਸੰਸੇ ਮੁੱਕ ਗਏ ਆ, ਤੇ ਮਨ ਕਰਕੇ ਸੁੱਧ ਹੋ ਗਿਆ, ਸੰਸਾ ਕੋਈ ਨਹੀਂ ਰਿਹਾ। ਭਾਵ ਕਿ ਜਦੋਂ ਸੰਸਾ ਜਿੰਨਾ ਸਮਾਂ ਮਨ ਵਿੱਚ ਭਰਮ ਹੈ ਨਾ, ਡੀਗਣ ਡੋਲਾ ਤਊ ਲਓ ਜਾਂ ਮਨ ਕੇ ਭਰਮਾ, ਜਿੰਨਾ ਸਮਾਂ ਮਨ ਵਿੱਚ ਭਰਮ ਹੈ ਉਹਨਾਂ ਸਮਾਂ ਕਲਿਆਣ ਨਹੀਂ ਹੁੰਦੀ, ਚਾਹੇ ਸਿੱਖ ਹੋਵੇ ਚਾਹੇ ਕੋਈ ਹੋਵੇ। ਤੇ ਗੁਰੂ ਅੱਗੇ ਫਿਰ ਇਉਂ ਬੇਨਤੀ ਕਰੇ ਵੀ ਮਹਾਰਾਜ ਵੀ ਪਹਿਲੀ ਗੱਲ ਤਾਂ ਸੰਸਾ ਮਨ ਵਿੱਚ ਆਵੇ ਹੀ ਨਾ, ਜੇ ਆਵੇ ਤੇ ਫਿਰ ਮਹਾਰਾਜ ਜੀ ਦੀ ਨਿਵਰਤੀ ਵੀ ਕਰੋ। ਜਦੋਂ ਮਨ ਵਿੱਚ ਕੋਈ ਭਰਮ ਪਵੇ, ਚਾਹੇ ਗੁਰੂ ਪੰਥ ਦੇ ਪ੍ਰਥਾਏ ਪਵੇ, ਚਾਹੇ ਕੋਈ ਮਰਿਆਦਾ ਦੇ ਪ੍ਰਥਾਏ ਪਵੇ, ਪਹਿਲਾਂ ਅਰਦਾਸ ਇਹੀ ਕਰੋ ਵੀ ਮਹਾਰਾਜ ਸੰਸਾ ਸਾਡੇ ਮਨ ਵਿੱਚ ਸ਼ੰਕਾ ਆਵੇ ਹੀ ਨਾ। ਕਿਉਂਕਿ ਸ਼ੰਕਾ ਜਿਹੜਾ ਸਾਧ ਸੰਗੀ ਛਿੱਡੀ ਵਰਗਾ, ਭਰਿਆ ਦੁੱਧ ਦਾ ਕੜਾਇਆ, ਉਹਨੂੰ ਖਰਾਬ ਕਰਨ ਵਾਸਤੇ ਓਨਾ ਖੱਟਾ ਦਹੀਂ ਨਹੀਂ ਚਾਹੀਦਾ। ਬਸ ਇੱਕ ਛਿੱਡੀ ਉਹਦੇ ਵਿੱਚ ਛੇਤੀ ਡਿੱਗ ਪਵੇ, ਉਹ ਸਾਰਾ ਦੁੱਧ ਜਿਹੜਾ ਉਹ ਖਰਾਬ ਹੋ ਜਾਂਦਾ। ਇਸ ਤਰ੍ਹਾਂ ਮਨ ਰੂਪੀ ਕੜਾਇਆ ਸ਼ਰਧਾ ਰੂਪੀ ਦੁੱਧ ਹੈ, ਤੇ ਸ਼ੰਕਾ ਰੂਪੀ ਉਹ ਖਟਿਆਈ ਛਿੱਡੀ ਹੈ। ਜਦੋਂ ਮਨ ਰੂਪੀ ਕੜਾਏ ਦੇ ਵਿੱਚ ਜਿਹੜਾ ਸ਼ਰਧਾ ਰੂਪੀ ਦੁੱਧ ਇਕੱਠਾ ਬਹੁਤ ਔਖਾ ਕਰਨਾ, ਜਨਮ ਲੱਗ ਜਾਂਦੇ ਹੈ। ਤੇ ਜਦੋਂ ਕਿਤੇ ਸਿੱਖ ਦੇ ਮਨ ਵਿੱਚ ਉਹ ਸ਼ਰਧਾਣ ਦੇ ਵਿੱਚ, ਸ਼ਰਧਾ ਰੂਪੀ ਦੁੱਧ ਵਿੱਚ ਉਹ ਛਿੱਡੀ ਦੀ ਨਿਆਈ ਸ਼ੰਕਾ ਆਣ ਡਿੱਗਦਾ, ਫਿਰ ਉਹਦੀ ਸ਼ਰਧਾ ਨਹੀਂ ਰਹਿੰਦੀ, ਨਾ ਉਹਨੂੰ ਬਾਣੀ ਪੜ੍ਹਨ ਵਿੱਚ ਆਨੰਦ ਆਵੇ ਤੇ ਨਾ ਉਹਨੂੰ ਸੇਵਾ ਕਰਨ ਵਿੱਚ ਆਨੰਦ ਆਵੇ। ਉਹਦੇ ਵਾਸਤੇ ਮੱਥਾ ਟੇਕਣਾ ਵੀ ਪਖੰਡ ਲੱਗਦਾ ਹੈ। ਤੋ ਉਹਦੇ ਵਾਸਤੇ ਗੁਰੂ ਧਾਮਾਂ ਦੀ ਸੇਵਾ, ਬਾਣੀ ਪੜ੍ਹਨੀ, ਸਭ ਜੋ ਵੀ ਉਹ ਸਭ ਕਾਸੇ ਨੂੰ ਫਿਰ ਪਖੰਡ ਜਾਣਦਾ। ਰੌਲਾ ਸਾਰਾ ਉਹ ਸ਼ੰਕੇ ਦਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਜਾਣਿਆ ਵੀ ਹੁਣ ਰਾਜਾ
ਇਹਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਰਿਹਾ, ਬਿਲਕੁਲ ਨਿਰੋਲ ਹੋ ਗਿਆ, ਮਨ ਇਹਦਾ ਸੁੱਧ ਹੋ ਗਿਆ, ਸੰਸ਼ੇ ਰਹਿਤ ਹੋ ਗਿਆ ਹੈ। ਤਬ ਜਲ ਕੋ ਮੰਗਵਾਏ ਸੁਲੀਨ। ਤੇ ਇਹ ਚਰਨ ਪੌਲ ਮੰਗਦਾ, ਚਰਨ ਅੰਮ੍ਰਿਤ ਮੰਗਦਾ, ਸਤਿਗੁਰਾਂ ਜਲ ਦਾ ਜਿਹੜਾ ਕਟੋਰਾ ਮੰਗਵਾਇਆ ਹੈ। ਪਦ ਅਰਬਿੰਦ ਪਖਾਰਨ ਕੀਨ। ਤੇ ਮੰਡੀ ਰਿਆਸਤ ਦੇ ਰਾਜੇ ਨੇ ਸਤਿਗੁਰਾਂ ਦੇ ਆਪ ਹੱਥੀਂ ਚਰਨ ਧੋਤੇ ਹਨ। ਸਹਿਤ ਭਾਰ ਜਾ ਭੂਪਤ ਪੀਵਾ। ਤੇ ਮਹਾਰਾਜ ਦੇ ਚਰਣਾ ਅੰਮ੍ਰਿਤ ਸਮੇਤ ਸਾਰੀ ਸੈਨਾ ਦੇ ਆਪਣੇ ਪਰਿਵਾਰ ਦੇ ਭਾਵ ਜਿਹੜਾ ਆਪਣੀਆਂ ਰਾਣੀਆਂ ਸਮੇਤ ਜਿਹੜਾ ਚਰਣਾ ਅੰਮ੍ਰਿਤ ਛਕਿਆ ਹੈ। ਸਤਿਗੁਰ ਕੋ ਸਿੱਖ ਮਨ ਤੇ ਥੀਵਾ। ਤੇ ਮਨ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਸਿੱਖ ਬਣਿਆ ਹੈ। ਤਬ ਭਾਈ ਕਲਿਆਣ ਬੁਲਾਇਓ। ਫਿਰ ਸਤਿਗੁਰਾਂ ਨੇ ਭਾਈ ਕਲਿਆਣਾ ਜੀ ਨੂੰ ਪਾਸ ਸੱਦਿਆ ਹੈ। ਇਹ ਉਪਕਾਰੀ ਤੁਝ ਕੋ ਲਿਆਇਓ। ਤੇ ਮਹਾਰਾਜ ਕਹਿੰਦੇ ਰਾਜਨ ਇਹ ਪਰਉਪਕਾਰੀ ਸਿੱਖ ਹੈ ਭਾਈ, ਤੇਰੇ ਤੇ ਵੱਡਾ ਹੀ ਪਰਉਪਕਾਰ ਕੀਤਾ ਭਾਈ ਕਲਿਆਣਾ, ਜਿਹੜਾ ਤੈਨੂੰ ਸਾਡੇ ਪਾਸ ਲੈ ਆਇਆ ਹੈ। ਇਸ ਕੋ ਪੂਜਨ ਕਰਹਾ ਵਿਸ਼ੇਸ਼। ਤੇ ਵਿਸ਼ੇਸ਼ ਕਰਕੇ ਸਦਾ ਇਹਦਾ ਪੂਜਨ ਕਰਦੇ ਰਹਿਣਾ, ਭਾਈ ਕਲਿਆਣੇ ਦਾ ਸਦਾ ਸਤਿਕਾਰ ਰੱਖਣਾ, ਕਿਉਂਕਿ ਇਹਨੇ ਤੈਨੂੰ ਸਾਡੇ ਨਾਲ ਮਿਲਾਇਆ। ਭਾਵ ਸਾਧ ਸੰਗਤ ਜੀ, ਜੇ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਅਨੇਕਾਂ ਤੁਹਾਨੂੰ ਪ੍ਰਮਾਣ ਮਿਲ ਜਾਣਗੇ ਵੀ ਜੇ ਕੋਈ ਪਰਮੇਸ਼ਰ ਦੀ ਗੱਲ ਸੁਣਾਵੇ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਸਿਰ ਵੱਢ ਕੇ ਉਹਨੂੰ ਬਹਿਣ ਨੂੰ ਦੇ ਦਈਏ, ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਹੀ ਬਚਨ ਹੈ। ਵਿਣ ਸਿਰ ਸੇਵ ਕਰੀਜੈ, ਬਿਨਾਂ ਸਿਰ ਤੋਂ ਉਹਦੀ ਸੇਵਾ ਕਰੀਏ। ਭਾਵ ਕਿ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ, ਕਿ ਹੇ ਗੁਰੂ ਪਿਆਰੇ ਤੂੰ ਮੈਨੂੰ ਪਰਮੇਸ਼ਰ ਦੀ ਗੱਲ ਸੁਣਾਈ ਹੈ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ। ਅਸੀਂ ਆਪਦੇ ਪ੍ਰਾਣ ਤੀਕਰ ਵੀ ਉਹਨੂੰ ਦੇ ਦਈਏ, ਜਿਹੜਾ ਸਾਨੂੰ ਪਰਮੇਸ਼ਰ ਗੁਰੂ ਪੂਰੇ ਦੇ ਨਾਲ ਮਿਲਾਵੇ। ਤੋ ਇਸ ਕਰਕੇ ਉਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਇਹਦਾ ਸਦਾ ਸਤਿਕਾਰ ਰੱਖਣਾ ਰਾਜਨ। ਭਾਈ ਕਲਿਆਣੇ ਨੇ ਤੇਰੀ ਵੀ ਕਲਿਆਣ ਕਰਾਈ ਹੈ, ਅੰਮ੍ਰਿਤਸਰ ਸਾਹਿਬ ਦਾ ਰਸਤਾ ਤੈਨੂੰ ਵਿਖਾਇਆ, ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਬੂਟੇ ਤੀਕਰ ਲੈ ਕੇ ਆਇਆ ਹੈ। ਸੁਨ ਸ਼੍ਰੀ ਗੁਰ ਕੇ ਬਾਕ ਨਰੇਸ਼। ਇਸ ਤਰ੍ਹਾਂ ਰਾਜੇ ਨੇ ਧੰਨ ਗੁਰੂ ਸਤਿਗੁਰਾਂ ਦੇ ਪਾਵਨ ਪਵਿੱਤਰ ਜਿਹੜੇ ਬਚਨ ਸੁਣੇ ਹਨ। ਕਹਿਤ ਭਇਓ ਇਹ ਮੇਰੋ ਈਸ਼। ਤੇ ਮਹਾਰਾਜ ਨੂੰ ਕਹਿੰਦਾ ਹਾਂਜੀ ਮਹਾਰਾਜ ਇਹ ਤਾਂ ਮੇਰੇ ਪੂਜਣੇ ਯੋਗ ਹੈ, ਮੇਰਾ ਈਸ਼ਵਰ ਹੈ, ਇਹ ਮੇਰਾ ਵੀ ਰਾਜਾ ਹੈ ਭਾਈ ਕਲਿਆਣਾ। ਔਰ ਸਿਮਰਾ ਮੈਂ ਧਰ ਪਦ ਸੀਸ। ਮਹਾਰਾਜ ਮੈਂ ਮਨ ਕਰਕੇ ਇਹਦੇ ਚਰਨਾਂ ਤੇ ਸੀਸ ਰੱਖਦਾ ਤੇ ਸਦਾ ਹੀ ਇਹਦਾ ਪਰਉਪਕਾਰ ਯਾਦ ਕਰਾਂਗਾ। ਇਸ ਕੋ ਮੈਂ ਆਪਣੇ ਸੰਗ ਕਰਕੇ। ਮਹਾਰਾਜ ਬੇਨਤੀ ਹੈ ਵੀ ਮੈਂ ਕਿਉਂ ਨਾ ਭਾਈ ਕਲਿਆਣਾ ਜਿਹੜਾ ਤੁਹਾਡਾ ਸਿੱਖ ਨੂੰ ਆਪਦੇ ਨਾਲ ਲੈ ਜਾਵਾਂ। ਗਮਨਾ ਸਦਨ ਜਬਹਿ ਹਿਤ ਧਰ ਕੇ। ਤੇ ਜਦੋਂ ਮੈਂ ਪ੍ਰੇਮ ਧਰ ਕੇ ਆਪਣੇ ਘਰ ਪਹੁੰਚ ਜਾਵਾਂਗਾ, ਭਾਈ ਕਲਿਆਣੇ ਨੂੰ ਨਾਲ ਲੈ ਕੇ ਜਦੋਂ ਮੰਡੀ ਰਿਆਸਤ ਘਰੇ ਮਹਿਲੀ ਪਹੁੰਚਾਂਗਾ, ਲੈ ਜਾਵਾਂ ਉਪਹਾਰ ਬਠਾਵਾਂ। ਤੇ ਉੱਥੇ ਲਿਜਾ ਕੇ ਮਹਾਰਾਜ ਨੂੰ ਉੱਥੋਂ ਬੇਅੰਤ ਉਪਹਾਰ ਤੁਹਾਡੇ ਚਰਨਾਂ ਵਾਸਤੇ ਭੇਟਾਵਾਂ ਲੈ ਕੇ ਦੇ ਕੇ ਤੇ ਉੱਥੋਂ ਭੇਜ ਦੇਵਾਂਗਾ। ਭਾਉ ਵਿਸ਼ਾਲ ਕਰਾਂ ਹਰ ਖਾਵਾਂ। ਤੇ ਮਹਾਰਾਜ ਮੈਂ ਬਹੁਤ ਪ੍ਰੇਮ ਜਿਹੜਾ ਕਰਾਂਗਾ ਭਾਈ ਕਲਿਆਣੇ ਨਾਲ, ਸਾਰੀ ਉਮਰ ਹੀ ਕਰਦਾ ਰਹਾਂਗਾ। ਇਹਦੇ ਪ੍ਰੇਮ ਦੇ ਵਿੱਚ ਹੀ ਮੈਂ ਖੁਸ਼ੀ ਮੰਨਾਂਗਾ। ਕੇਤਕ ਦਿਨ ਸਤਿਗੁਰ ਕੇ ਤੀਰ। ਇਸ ਤਰ੍ਹਾਂ ਇਹ ਰਾਜਾ ਜਿਹੜਾ ਹੈ ਕੁਝ ਕੁ ਦਿਨ ਜਿਹੜਾ ਹੈ ਸਤਿਗੁਰਾਂ ਦੇ ਪਾਸ ਅੰਮ੍ਰਿਤਸਰ ਰਹਿ ਗਿਆ ਹੈ। ਰਹਿਤ ਭਇਓ ਭੂਪਤ ਮਤ ਧੀਰ। ਜਿਹੜਾ ਮਤ ਦਾ ਬੜਾ ਧੀਰਜ ਵਾਲਾ ਮੰਡੀ ਰਿਆਸਤ ਦਾ ਰਾਜਾ ਹੈ। ਬਹੁਤ ਭਾਂਤ ਕੇ ਸੁਨੋ ਉਪਦੇਸ਼। ਤੇ ਬੜੇ ਤਰ੍ਹਾਂ ਦੇ ਸਤਿਗੁਰਾਂ ਤੋਂ ਫਿਰ ਰਹਿ ਕੇ ਅੰਮ੍ਰਿਤਸਰ ਸਾਹਿਬ ਰਾਜੇ ਨੇ ਬੇਅੰਤ ਉਪਦੇਸ਼ ਸਿੱਖਿਆ, ਸਾਖੀਆਂ, ਗੁਰਬਾਣੀ, ਸ਼ਬਦ, ਉਪਦੇਸ਼, ਹੁਕਮ ਸਤਿਗੁਰਾਂ ਪਾਸੋਂ ਧਾਰਨ ਕੀਤੇ ਆ, ਸੁਣੇ ਹਨ। ਪ੍ਰਭ ਕਾ ਸਿਮਰਨ ਕਰਹਿ ਹਮੇਸ਼। ਤੇ ਹਮੇਸ਼ਾ ਜਿਹੜਾ ਵਿਸ਼ਈ ਰਾਜਾ ਸੀ, ਪੱਥਰ ਬੁੱਤ ਪੂਜਣ ਵਾਲਾ ਤੇ ਦੂਜਿਆਂ ਨੂੰ ਪੁਜਾਉਣ ਵਾਲਾ, ਉਹ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸਿੱਖ ਬਣਿਆ ਤੇ ਹਮੇਸ਼ਾ ਹੀ ਮਨ ਵਿੱਚ ਵਾਹਿਗੁਰੂ 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 ਦਾ ਸਿਮਰਨ ਕਰਦਾ ਹੈ। ਅੰਮ੍ਰਿਤਸਰ ਕਰਬੇ ਅਭਿਲਾਖਾ। ਤੇ ਅੰਮ੍ਰਿਤਸਰ ਸਾਹਿਬ ਜਿਹੜਾ ਹੈ ਇਹ ਇਧਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹੈ ਉਹ ਮਨ ਵਿੱਚ ਯਾਦ ਕਰਦੇ ਆ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ, ਵੀ ਸਤਿਗੁਰੂ ਸਾਨੂੰ ਅੰਤਲੇ ਸਮੇਂ ਕਹਿ ਕੇ ਗਏ ਸੀ ਵੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਵਾਉਣ ਦੇ ਪ੍ਰਥਾਏ ਸਦਾ ਉਦਮ ਰੱਖਣਾ।
ਤੇ ਉਹ ਬਚਨ ਯਾਦ ਕਰਦੇ ਆ ਵੀ ਅੰਮ੍ਰਿਤਸਰ ਸਾਹਿਬ ਦਾ ਸਥਾਨ ਜਿਹੜਾ ਨਾ ਹੁਣ ਛੇਤੀ ਤਿਆਰ ਹੋਵੇ, ਇਹਦੀ ਸੇਵਾ ਛੇਤੀ ਸ਼ੁਰੂ ਹੋਵੇ ਸਰੋਵਰ ਦੀ। ਨਿਤ ਪ੍ਰਤ ਧਰਹਿ ਪਿਤਾ ਜਿਮ ਭਾਖਾ। ਜਿਵੇਂ ਸਾਡੇ ਗੁਰਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਸੇਵਾ ਲਾਈ ਹੈ, ਉਹ ਸਤਿਗੁਰਾਂ ਦੇ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰੋਜ਼ ਯਾਦ ਕਰਦੇ ਹਨ। ਬਹੁਤ ਦਿਨ ਰਹਿ ਨਿਰਭਰੁਖ ਸਦ ਚਾਹੈ। ਤੇ ਕਾਫੀ ਦਿਨ ਰਹਿ ਕੇ ਰਾਜਾ ਜਿਹੜਾ ਨਾ ਮੰਡੀ ਰਿਆਸਤ ਵਾਲਾ ਅੰਮ੍ਰਿਤਸਰ ਰਹਿ ਕੇ ਫਿਰ ਇੱਥੋਂ ਮਹਾਰਾਜ ਤੋਂ ਆਗਿਆ ਲਈ ਚਾਹੁੰਦਾ, ਜਾਣਾ ਚਾਹੁੰਦਾ ਹੈ। ਹਾਥ ਜੋਰ ਸਤਿਗੁਰ ਸੋ ਕਹੈ। ਤੇ ਮਹਾਰਾਜ ਦੇ ਚਰਨੀ ਪੇਸ਼ ਹੋ ਕਰਕੇ ਮਹਾਰਾਜ ਅੱਗੇ ਹੱਥ ਜੋੜੇ ਤੇ ਬੇਨਤੀਆਂ ਕਰਦਾ ਹੈ। ਮੋਹੇ ਦਰਬਲੇ ਕਰਨ ਜੋ ਹਾਥ। ਕਹਿੰਦਾ ਮਹਾਰਾਜ ਮੈਂ ਜਿਹੜਾ ਧਨ ਭੇਜਾਂਗਾ ਨਾ ਭਾਈ ਕਲਿਆਣਾ ਦੇ ਹੱਥ, ਉਹ ਮਾਇਆ ਸਾਰੀ ਤੁਸੀਂ ਆਪਣੇ ਪਵਿੱਤਰ ਹੱਥਾਂ ਵਿੱਚ ਲੈ ਕਰਕੇ ਕਰਹਾ ਸਖਾਰਥ ਸ਼੍ਰੀ ਗੁਰਨਾਥ। ਤੇ ਸੁਆਮੀ ਗੁਰੂ ਨਾਥ ਪਾਤਸ਼ਾਹ ਜੀ ਉਹ ਮੇਰਾ ਸਾਰਾ ਧਨ ਆਪਣੇ ਹੱਥਾਂ 'ਚ ਲੈ ਕੇ ਤੇ ਸਫਲਾ ਕਰ ਦੇਣਾ। ਮੇਰੀ ਦਸਵੰਧ ਦੀ ਮਾਇਆ ਮਹਾਰਾਜ ਸਾਰੀ ਤੁਸਾਂ ਸਫਲੀ ਕਰ ਦੇਣੀ। ਕੋ ਸੁੰਦਰ ਥਲ ਕੋ ਅਵਲੋਕ। ਤੇ ਮਹਾਰਾਜ ਮੇਰੀ ਇਹ ਇੱਛਾ ਹੈ ਵੀ ਕੋਈ ਸੋਹਣੀ ਜਗ੍ਹਾ ਤੁਸੀਂ ਇੱਥੇ ਅੰਮ੍ਰਿਤਸਰ ਸਾਹਿਬ ਵਿੱਚ ਵੇਖ, ਗੁਰੂ ਕੇ ਚੱਕ ਵਿੱਚ ਵੇਖ ਕੇ ਰਚਹਾ ਤਾਲ ਨਿਰਮਲ ਜਲ ਰੋਕ। ਵੀ ਕੋਈ ਜਿਹੜਾ ਨਿਰਮਲ ਜਲ ਜਿਹਦੇ ਵਿੱਚ ਰੁਕਿਆ ਰਵੇ, ਕੋਈ ਸੋਹਣਾ ਸਰੋਵਰ ਬਣਾਓ ਆਪ, ਕੋਈ ਸੁੰਦਰ, ਕਿਉਂਕਿ ਰਾਜੇ ਨੂੰ ਨਹੀਂ ਪਤਾ ਵੀ ਇੱਥੇ ਸੰਤੋਖਸਰ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦੇ ਦੋ ਸਰੋਵਰ ਧੰਨ ਗੁਰੂ ਰਾਮਦਾਸ ਮਹਾਰਾਜ ਪਟਾ ਕੇ ਗਏ, ਅੱਜ ਥੋੜ੍ਹੀ ਸੇਵਾ ਕਰਾ ਕੇ ਗਏ ਹੈ। ਤੇ ਇਹ ਰਾਜੇ ਦੇ ਮਨ ਵਿੱਚ ਵੇਖੋ, ਇਹਦੇ ਮਨ ਵਿੱਚ ਵੀ ਉਹੀ ਫੁਰਨਾ ਆ ਰਿਹਾ ਤੇ ਬੇਨਤੀ ਰਾਜਾ ਕਰਦਾ ਵੀ ਮਹਾਰਾਜ ਇਹ ਮਾਇਆ ਮੈਂ ਆਪ ਜੀ ਕੇ ਚਰਨੀ ਭੇਂਟ ਕਰਾਂਗਾ। ਕਰਨੀ ਇਸ ਵਾਸਤੇ ਆ ਵੀ ਮਹਾਰਾਜ ਕੋਈ ਆਪ ਇੱਥੇ ਸੋਹਣੀ ਜਗ੍ਹਾ ਵੇਖ ਕੇ ਨਾ ਤੇ ਕੋਈ ਸੋਹਣਾ ਵੱਡਾ ਸਰੋਵਰ ਪਟਾਉਣਾ ਕਰੋ। ਮੋਹੇ ਭਾਵਨੀ ਐਸੇ ਅਹੈ। ਤੇ ਇਹ ਮਹਾਰਾਜ ਮੇਰੇ ਮਨ ਦੀ ਭਾਵਨਾ ਇੱਛਾ ਹੈ ਵੀ ਆਪ ਜੀ ਕੋਈ ਸਰੋਵਰ ਦੀ ਮਹਾਰਾਜ ਉਹ ਮਾਇਆ ਤੋਂ ਸਰੋਵਰ ਦੀ ਸੇਵਾ ਲਓ ਜੀ। ਰਾਵਰ ਕੀ ਮਰਜੀ ਹਮ ਚਾਹੈ। ਬਾਕੀ ਮਹਾਰਾਜ ਆਪ ਜੀ ਕੀ ਮਰਜੀ ਮੌਜ ਹੈ, ਇਹਦੇ ਇਹੀ ਆਪ ਜੀ ਕਾ ਹੁਕਮ ਤੇ ਮਰਜੀ ਅਸੀਂ ਚਾਹੁੰਦੇ ਹਾਂ। ਸੁਨ ਸ਼੍ਰੀ ਅਰਜਨ ਕਹਿ ਤਿਸ ਬੇਰਾ। ਤੇ ਸੁਣ ਕੇ ਸੱਚੇ ਪਾਤਸ਼ਾਹ ਜੀ ਰਾਜੇ ਨੂੰ ਆਖ ਰਹੇ ਆ, ਏਮ ਸ਼੍ਰੀ ਨਾਨਕ ਤੁਬ ਮਨ ਫੇਰਾ। ਮਹਾਰਾਜ ਕਹਿੰਦੇ ਅਸੀਂ ਵੀ ਇਹੀ ਇੱਛਾ ਰੱਖਦੇ ਸੀ ਵੀ ਸਰੋਵਰ ਜਿਹੜੇ ਪੱਕੇ ਕਰਵਾਉਣੇ ਆ, ਖੁਦਾਉਣੇ ਆ, ਤੇ ਪਰ ਵੇਖ ਲਾ ਰਾਜਨ ਤੇਰੇ ਮਨ ਵਿੱਚ ਵੀ ਉਹੀ ਫੁਰਨ ਆਇਆ ਹੋਇਆ, ਤੂੰ ਮਾਇਆ ਭੇਟ ਕਰਕੇ ਤੇ ਕਹਿ ਰਿਹਾ ਸਰੋਵਰ ਲਗਵਾਓ। ਤੇ ਸਰੋਵਰ ਦੀ ਸੇਵਾ ਵਾਸਤੇ ਅਸੀਂ ਹੁਣ ਸੋਚ ਰਹੇ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਤੇਰਾ ਮਨ ਪ੍ਰੇਰਿਆ, ਜਿਹੜਾ ਤੂੰ ਇਹ ਮਾਇਆ ਦੇਣ ਵਾਸਤੇ ਇੱਥੇ ਆਇਆ ਤੇ ਸਰੋਵਰ ਦੀ ਸੇਵਾ ਦੀ ਗੱਲ ਕਰਦਾ ਹੈ। ਸ਼੍ਰੀ ਅੰਮ੍ਰਿਤਸਰ ਤੀਰਥ ਭਾਰੀ। ਤੇ ਭਾਰੀ ਤੀਰਥ ਜਿਹੜਾ ਪਾਵਨ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ। ਤਿਸ ਕਰਬੇ ਕੋ ਇੱਛ ਹਮਾਰੀ। ਸਾਡੀ ਵੀ ਇੱਛਾ ਹੈ ਵੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਜਿਹੜਾ ਬਹੁਤ ਵੱਡਾ ਭਾਰੀ ਪੱਕਾ ਬਣਾਇਆ ਜਾਵੇ। ਜੇ ਤਿਕ ਦਰਬ ਪਠਹਿ ਗੋ ਇਹਾਂ। ਤੇ ਜਿੰਨਾ ਕੁ ਤੂੰ ਧਨ ਰਾਜਨ ਉਥੋਂ ਆਪਣੇ ਦੇਸ਼ ਵਿੱਚੋਂ ਦਸਵੰਧ ਇੱਥੇ ਅੰਮ੍ਰਿਤਸਰ ਸਾਹਿਬ ਭੇਜੇਗਾ, ਤੇਹ ਸਰ ਪਰ ਹਮ ਲਾਵਹਿ ਮਹਾ। ਤੇ ਅਸੀਂ ਉਹ ਸਾਰਾ ਤੇਰਾ ਧਨ ਸਰੋਵਰ ਤੇ ਹੀ ਲਾਵਾਂਗੇ। ਇਹਨੇ ਜਾ ਕੇ ਸਾਧ ਸੰਗਤ ਜੀ 1 ਲੱਖ ਰੁਪਈਆ ਜਿਹੜਾ ਨਾ ਉਹ ਸਮੇਂ ਦਾ ਸਤਿਗੁਰਾਂ ਦੇ ਘਰ ਵਾਸਤੇ ਸੇਵਾਵਾਂ ਵਾਸਤੇ ਰਾਜੇ ਨੇ ਭੇਜਿਆ ਸੀ। ਤੇ ਮਹਾਰਾਜ ਕਹਿੰਦੇ ਜਿੰਨੀ ਮਾਇਆ ਰਾਜਨ ਭੇਜੇਗਾ ਸਾਰੀ ਸਰੋਵਰ ਹੀ ਬਣਵਾਵਾਂਗੇ। ਦਰਬ ਸਕਾਰਥ ਹੋਏ ਤੁਮਾਰਾ। ਤੇ ਨਾਲੇ ਤੇਰਾ ਵੀ ਸਾਰਾ ਧਨ ਜਿਹੜਾ ਨਾ ਉਹ ਘਰ ਵੀ ਖਜ਼ਾਨੇ ਮਹਿਲ ਮਾੜੀਆਂ ਫੌਜਾਂ ਸਭ ਸਫਲੇ ਹੋ ਜਾਣਗੇ। ਲੋਕਣ ਪਰ ਅਤਿਸ਼ੈ ਉਪਕਾਰਾ। ਤੇ ਇਹ ਸੰਸਾਰ ਤੇ ਬੜਾ ਭਾਰੀ ਪਰਉਪਕਾਰ ਹੋਵੇਗਾ ਰਾਜਨ, ਤੇਰਾ ਪਰਉਪਕਾਰ ਸਿੱਖ ਯਾਦ ਕਰਿਆ ਕਰਨਗੇ। ਔਰ ਆਨੰਦ ਪਾ ਸੁਨ ਕਰ ਬੈਨ। ਇਸ ਮਹਾਰਾਜ ਤੋਂ ਇਹ ਸੁੰਦਰ ਬਚਨ ਸੁਣ ਕੇ ਰਾਜੇ ਦੇ ਮਨ ਵਿੱਚ ਬਹੁਤ ਆਨੰਦ ਆਇਆ, ਪ੍ਰਸੰਨਤਾ ਹੋਈ ਹੈ। ਬ੍ਰਿਹਤੇ ਪਰਿਓ ਨਿਰਬਹ ਨੈਨ। ਤੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਹੁਣ ਜਾ ਰਹੇ ਆ ਨਾ, ਫਿਰ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਕਾਫੀ ਦਿਨ ਮਹੀਨੇ ਲਾ ਕੇ, ਤੇ ਵਿਛੋੜਾ ਮਨ ਵਿੱਚ ਸਿਆ ਨਹੀਂ ਜਾਂਦਾ ਤੇ ਨੇਤਰਾਂ ਚੋਂ ਜਲ ਡਿੱਗਦਾ ਹੈ। ਮਸਤਕ ਟੇਕ ਵਿਦਾ ਹੋਏ ਗਇਓ। ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਪਣੇ ਦੇਸ਼ ਨੂੰ ਵਾਪਸ ਮੁੜਿਆ ਹੈ। ਆਪਣੇ ਸੰਗ ਕਲਿਆਣ ਸੁਲਿਓ। ਭਾਈ ਕਲਿਆਣਾ ਜੀ ਨੂੰ ਆਪ ਦੇ ਨਾਲ ਲੈ ਚੱਲਿਆ ਹੈ। ਨਿਜ ਰਜਧਾਨੀ ਪ੍ਰਾਪਤ ਹੋਵਾ। ਇਥੋਂ ਤੁਰੇ ਐ ਤੇ ਮੰਡੀ ਰਿਆਸਤ ਜਿਹੜੀ ਇਹਦੀ ਰਾਜਧਾਨੀ ਰਾਜੇ ਦੀ, ਉੱਥੇ ਭਾਈ ਕਲਿਆਣਾ ਸਮੇਤ ਪਹੁੰਚੇ ਐ।
ਰਾਜ ਸ਼੍ਰੀ ਜੁਤ ਸਗਰੁ ਜੋਵਾ। ਤੇ ਰਾਜ ਭਾਗ ਸਭ ਜਿਹੜਾ ਵੇਖਿਆ, ਭਾਵ ਤੇ ਮੁਕਤੀ ਵੀ ਜਿਹੜੀ ਮਹਾਰਾਜ ਤੋਂ ਪ੍ਰਾਪਤ ਹੋਈ ਉਹਦਾ ਵੀ ਆਨੰਦ ਪ੍ਰਾਪਤ ਕੀਤਾ। ਜੋਵਾ ਕਹੀਏ ਮਾਣਿਆ ਵੇਖਿਆ ਹੈ। ਕੋ ਦਿਨ ਢਿਗ ਰਾਖਿਓ ਕਲਿਆਣਾ। ਤੇ ਕੁਝ ਕੁ ਦਿਨ ਭਾਈ ਕਲਿਆਣਾ ਜੀ ਨੂੰ ਇਹ ਰਾਜੇ ਨੇ ਆਪਣੇ ਨਾਲ ਰੱਖਿਆ, ਘਰ ਵਿੱਚ ਸੇਵਾ ਕੀਤੀ ਹੈ। ਪੁਨ ਥਾਤੀ ਦੇ ਦਰਬ ਮਹਾਨਾ। ਤੇ ਫਿਰ ਰਾਜੇ ਨੇ ਬੇਅੰਤ ਥੈਲੀਆਂ ਭਰ ਭਰ ਕੇ ਜਿਹੜੀਆਂ ਮੋਹਰਾਂ ਦੀਆਂ ਮਾਇਆ ਦੀਆਂ 1 ਲੱਖ ਰੁਪਈਆ, ਉਹਨਾਂ ਸਮਿਆਂ ਵਿੱਚ ਬੜੇ ਹੀ ਭਾਵ ਬਣ ਜਾਂਦੇ ਸੀਗੇ। ਅਕਬਰ ਦੇ ਸਮੇਂ ਦੇ ਵਿੱਚ ਇੱਕ ਮੋਹਰ ਦੇ 15 ਰੁਪਈਏ ਜਿਹੜੇ ਬਣਦੇ ਸਨ। ਤੋ ਇਸ ਤਰ੍ਹਾਂ ਹੁਣ ਇਹ ਤਾਂ ਉਦੋਂ ਵੀ ਸਮਾਂ ਲੰਘ ਚੁੱਕਾ ਸੀਗਾ ਤੇ ਜਹਾਂਗੀਰ ਦਾ ਸਮਾਂ ਆ ਚੁੱਕਾ ਸੀ। ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਬੇਅੰਤ ਮੋਹਰਾਂ ਥੈਲੀਆਂ ਭਰ ਭਰ ਕੇ ਭਾਈ ਕਲਿਆਣੇ ਨੂੰ ਦਿੱਤੀਆਂ ਹਨ। ਨਿਜ ਨਰ ਸੰਗ ਮਿਲਾਏ ਪੁਚਾਇਓ। ਤੇ ਨਾਲ ਰੱਖਿਆ ਵਾਸਤੇ ਨਾ ਉਹ ਆਪਦੇ ਸੈਨਾ ਵੀ ਭੇਜੀ ਹੈ ਤੇ ਅੰਮ੍ਰਿਤਸਰ ਸਾਹਿਬ ਸਾਰਾ ਧਨ ਪਹੁੰਚਾਇਆ ਹੈ। ਸ਼੍ਰੀ ਅਰਜਨ ਕੇ ਢਿਗ ਚੱਲ ਆਇਓ। ਤੇ ਭਾਈ ਕਲਿਆਣਾ ਦੀ ਸਾਰੀ ਮਾਇਆ ਲੈ ਕੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਪਹੁੰਚੇ, ਅੰਮ੍ਰਿਤਸਰ ਆਏ ਆ। ਆਇਓ ਦਰਬ ਦੇਖੋ ਨਿਜ ਪਾਸ। ਸਤਿਗੁਰਾਂ ਨੇ ਸਾਰਾ ਧਨ ਰਾਜੇ ਵੱਲੋਂ ਭੇਜੀ ਦਸਵੰਧ ਦੀ ਮਾਇਆ ਇੱਥੇ ਆਪਣੇ ਘਰ ਪਾਸ ਵੇਖੀ ਜਦੋਂ। ਚਾਹਤ ਸਾਰ ਕੋ ਕਰਿਓ ਪ੍ਰਕਾਸ਼। ਤੇ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਜੀ ਹੁਣ ਚਾਹੁੰਦੇ ਆ ਵੀ ਇਹ ਮਾਇਆ ਦਾ ਸਰੋਵਰ ਬਣੇ, ਅੰਮ੍ਰਿਤਸਰ ਸਾਹਿਬ ਦਾ ਸਰੋਵਰ ਸੁੰਦਰ ਬਣਾਇਆ ਜਾਵੇ, ਸੰਤੋਖਸਰ ਸਾਹਿਬ ਪੂਰਾ ਕਰਵਾਇਆ ਜਾਵੇ। ਬੂਝ ਬ੍ਰਿਧ ਭਾਈ ਗੁਰਦਾਸ। ਤੇ ਭਾਈ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਵਰਗਿਆਂ ਨੂੰ ਮਹਾਰਾਜ ਪੁੱਛ ਰਹੇ ਹਨ। ਵਿਖਾ ਸਥਾਨ ਕਰਹਾ ਨਿਰਜਾਸ। ਕਹਿੰਦੇ ਬਾਬਾ ਜੀ ਔਰ ਭਾਈ ਗੁਰਦਾਸ ਜੀ ਵੇਖੋ ਕੋਈ ਸਥਾਨ ਵੇਖੋ ਸੁੰਦਰ, ਜਾਂ ਸਾਡੇ ਗੁਰਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਿਹੜੇ 2 ਸਰੋਵਰਾਂ ਦੀ ਨਿਸ਼ਾਨਦੇਹੀ ਕਰਕੇ ਗਏ ਸਨ, ਇੱਕ ਸੰਤੋਖਸਰ ਸਾਹਿਬ ਤੇ ਦੂਜਾ ਅੰਮ੍ਰਿਤਸਰ ਸਾਹਿਬ। ਉਹ 2 ਸਰੋਵਰਾਂ ਦੀ ਨਿਸ਼ਾਨਦੇਹੀ ਜਿਹੜੀ ਉਹ ਲੱਭੋ ਕਿੱਥੇ ਹੈ, ਉਹ ਸਾਰੀ ਜਿਹੜੀ ਸ਼ਨਾਖਤ ਕੀਤੀ ਜਾਵੇ, ਨਿਰਣਾ ਕੀਤਾ ਜਾਵੇ ਜਗ੍ਹਾ ਦਾ। ਉਦਮ ਤੀਰਥ ਰਚਬੇ ਕਰਿਓ। ਤੇ ਹੁਣ ਉਦਮ ਕੀਤਾ ਜਾਵੇ ਵੀ ਛੇਤੀ ਅੰਮ੍ਰਿਤਸਰ ਸਾਹਿਬ ਦਾ ਪਾਵਨ ਤੀਰਥ ਤੇ ਹਰਮੰਦਰ ਸਾਹਿਬ ਦਾ ਸਥਾਨ ਬਣਾਇਆ ਜਾਵੇ। ਜਿਸ ਤੇ ਸਿੱਖਣ ਕੋ ਗਨ ਤਰਿਓ। ਜਿਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸਮੂਹ ਸਿੱਖ ਸੰਗਤ ਤਰ ਜਾਵੇ, ਨਿਸਤਾਰਾ ਹੋਵੇਗਾ। ਸੁਣਹਾ ਕਥਾ ਆਗਲ ਜਿਮ ਪਈ। ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਆ ਕਿ ਹੁਣ ਸੁਣੋ ਭਾਈ ਸਰੋਤਾ ਜਨੋ, ਇਹ ਰਾਜੇ ਦੇ ਇੱਥੇ ਆ ਕੇ ਮੁੜ ਜਾਣ ਦਾ ਤੇ ਉਥੋਂ 1 ਲੱਖ ਰੁਪਈਆ ਮਹਾਰਾਜ ਦੇ ਘਰ ਵਾਸਤੇ ਸਰੋਵਰਾਂ ਦੀ ਸੇਵਾ ਵਾਸਤੇ ਭੇਜਣ ਦਾ ਪ੍ਰਸੰਗ ਤੁਸੀਂ ਸੁਣਿਆ। ਅੱਗੇ ਹੁਣ ਸੰਤੋਖਸਰ ਸਾਹਿਬ ਦੀ ਸੇਵਾ ਜਿਵੇਂ ਆਰੰਭ ਹੁੰਦੀ ਹੈ, ਉਹ ਪ੍ਰਸੰਗ ਦੂਜੇ ਅੰਸੂ ਤੇ 34 ਦੂਜੇ ਰਾਸ ਦੂਜੀ ਵਿੱਚ ਤੇ 34 ਅੰਸੂ ਵਿੱਚ ਦਰਜ ਕਰ ਰਹੇ ਹਾਂ। ਅਗਲੀ ਕਥਾ ਭਾਈ ਸੁਣਨਾ ਕਰੋ। ਕਵ ਸੰਤੋਖ ਸਿੰਘ ਸੁਭ ਨਿਰਮਈ। ਆਏ ਕਵੀ ਜੀ ਕਹਿੰਦੇ ਅਸੀਂ ਸਾਰੀ ਸੰਤੋਖ ਸਿੰਘ ਨੇ ਭਾਵ ਮੈਂ ਸੰਤੋਖ ਸਿੰਘ ਨੇ ਸਾਰੀ ਕਥਾ ਜਥਾ ਲਿਖੀ ਹੈ, ਰਚੀ ਹੈ।